ट्रांसपोर्टेशन इंडस्ट्री ਨੂੰ ਲੈ ਕੇ ਟਾਰਗੇਟਡ ਡਰਾਜ਼ ਕੱਢੇ ਨੇ। ਟਰੱਕ ਡਰਾਈਵਰਸ ਨੂੰ ਇਹਦਾ ਲਾਭ ਹੁਣ ਹੋਏਗਾ ਜੀ? ਕਿੰਨੀ ਗਿਣਤੀ ਆਈ ਹੈ ਟੋਟਲ ਜਿਹੜੀਆਂ ਫਾਈਲਸ ਜਿਨ੍ਹਾਂ ਨੂੰ ਫਾਇਦਾ ਪਹੁੰਚੇਗਾ? ਦੇਖੋ 1000 ਐਪਲੀਕੇਸ਼ਨ ਦੀ ਸਿਲੈਕਸ਼ਨ ਹੋਈ ਹੈ ਜਿਨ੍ਹਾਂ ਨੂੰ ਫਾਇਦਾ ਪਹੁੰਚੇਗਾ। ਸਰਕਾਰ ਨੇ ਪਹਿਲਾਂ ਵੀ ਅਨਾਉਂਸ ਕੀਤਾ ਸੀ ਵੀ ਅਸੀਂ 5 ਜਿਹੀਆਂ ਡਿਫਰੈਂਟ ਕੈਟਾਗਰੀਜ਼ ਨੇ ਜਾਂ ਕਲਾਸੀਫਾਈ ਕੀਤੀਆਂ ਸੀ ਜਿਹੜੀਆਂ ਆਕੂਪੇਸ਼ਨ ਅੰਡਰ ਪ੍ਰੈਸ਼ਰ ਸੀਗੀਆਂ। ਉਹਨਾਂ ਨੇ ਹੁਣ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜਾ ਹੈਗਾ ਡਰਾ ਕੱਢਿਆ ਹੈਗਾ। ਉਹਦੇ ਸਿਰਫ ਇਕੱਲੇ ਟਰੱਕ ਡਰਾਈਵਰਸ ਨਹੀਂ, ਹੋਰ ਵੀ ਜਿਹੜੇ ਆਕੂਪੇਸ਼ਨਸ ਬਿਲੋਂਗ ਕਰਦੇ ਨੇ ਉਸ ਇੰਡਸਟਰੀ ਨੂੰ, ਜਿਵੇਂ ਪਾਇਲਟਸ ਹੋ ਗਏ, ਰੇਲਵੇ ਦੇ ਡਰਾਈਵਰਸ ਹੋ ਗਏ, ਕਈ ਆਕੂਪੇਸ਼ਨਸ ਨੇ ਉਹਦੇ ਵਿੱਚ ਜਿਨ੍ਹਾਂ ਨੂੰ ਸਿੱਧਾ ਫਾਇਦਾ ਹੋਇਆ। ਔਰ ਸਰਕਾਰ ਨੇ ਜਿਹੜਾ ਡਰਾ ਦਾ ਸਕੋਰ ਆ ਉਹ ਵੀ ਘੱਟ ਕੱਢਿਆ ਹੈਗਾ। ਸਿਰਫ ਇਕੱਲੇ ਟਰੱਕ ਡਰਾਈਵਰਸ ਨਹੀਂ, ਇਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਵਿਅਕਤੀ ਨੇ ਕੁਆਲੀਫਾਈ ਕਰਦੇ ਨੇ ਇਸ ਸੈਕਟਰ ਦੇ ਵਿੱਚ। ਟਰੱਕ ਡਰਾਈਵਰਸ ਲਈ ਤਾਂ ਇਹ ਵੀ ਸਹੂਲਤ ਹੈਗੀ ਹੈ ਵੀ ਉਹ ਬਿਨਾਂ LMIA ਲਏ ਵੀ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ, ਜਿਨ੍ਹਾਂ ਦੀ ਇੰਗਲਿਸ਼ ਜਿਹੜੀ ਆ ਉਹ ਬੇਸਿਕ ਲੈਵਲ ਦੀ ਹੈ ਔਰ ਕੈਨੇਡੀਅਨ ਕੋਈ ਇੰਪਲੋਇਰ ਉਹਨਾਂ ਨੂੰ ਜੌਬ ਆਫਰ ਦੇ ਦਿੰਦਾ, ਉਹ ਵੀ ਕੈਨੇਡਾ ਦੇ ਵਿੱਚ ਦਾਖਲ ਜਿਹੜੀ ਹੈ ਹੋ ਸਕਦੇ ਨੇ ਬਿਨਾਂ LMIA ਲਏ। ਕੁਝ ਪ੍ਰੋਵਿੰਸਿਸ ਦੇ ਵਿੱਚ ਟਰੱਕਿੰਗ 'ਚ PR ਲੈਣੀ ਸੌਖੀ ਵੀ ਹੈ ਬਾਕੀਆਂ ਨਾਲੋਂ? ਬਿਲਕੁਲ ਜੀ। ਜਿਹੜੀਆਂ ਅਟਲਾਂਟਿਕ ਪ੍ਰੋਵਿੰਸਿਸ ਨੇ ਉਹਨਾਂ 'ਚ ਕਾਫੀ ਈਜ਼ੀ ਹੈਗਾ, ਜਾਂ ਜਿਹੜੀਆਂ ਅਲਬਰਟਾ ਹੋ ਗਿਆ, ਸਸਕੈਚੁਅਨ ਹੋ ਗਿਆ, ਮੈਨੀਟੋਬਾ ਹੋ ਗਿਆ, ਯੂਕੌਨ ਹੋ ਗਿਆ, ਇਹਨਾਂ 'ਚ ਬਹੁਤ ਈਜ਼ੀ ਹੈ ਜੇ ਕਿਸੇ ਟਰੱਕ ਡਰਾਈਵਰ ਨੇ ਇਮੀਗ੍ਰੇਸ਼ਨ ਲੈਣੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਜੋਗਰਾਜ ਸਿੰਘ ਕਾਲੋਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਸਵਾਗਤ। ਅੱਜ ਇਸ ਪ੍ਰਾਈਮ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਸਾਡੇ ਨਾਲ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਨੇ। ਖਹਿਰਾ ਸਾਹਿਬ ਨੂੰ ਪਹਿਲਾਂ ਨਾਲ ਜੋੜਦੇ ਹਾਂ ਤੇ ਫਿਰ ਇਮੀਗ੍ਰੇਸ਼ਨ ਦੇ ਉੱਤੇ ਕੁਝ ਨਵੀਆਂ ਅਪਡੇਟਸ ਨੇ। ਟਰੱਕ ਡਰਾਈਵਰਸ ਨੂੰ ਲੈ ਕੇ, ਮੈਲਟ ਪ੍ਰੋਗਰਾਮ ਨੂੰ ਲੈ ਕੇ ਕਈ ਦਾਖਲੇ ਸਨ, ਸੋ ਉਹ ਸਾਰਾ ਕੁਝ ਅੱਜ ਡਰਾ ਜਿਹੜਾ ਕੈਨੇਡਾ ਦਾ ਹੈ ਉਹ ਕੀ ਦਰਸਾਉਂਦਾ ਹੈ ਤੇ ਕਿੱਧਰ ਨੂੰ ਗੱਲਬਾਤ ਹੁਣ ਇਮੀਗ੍ਰੇਸ਼ਨ ਦੀ ਜਾਏਗੀ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ। ਥੈਂਕ ਯੂ ਭਾਈ ਜੀ। ਖਹਿਰਾ ਸਾਹਿਬ ਸਭ ਤੋਂ ਪਹਿਲਾਂ ਤੇ ਜਿਹੜਾ ਅੱਜ ਦੇ ਡਰਾ ਬਾਰੇ ਦੱਸਿਓ ਜੀ, ਉਹਦੇ ਵਿੱਚ ਕੀ ਕੁਝ ਨਵਾਂ ਆ? ਕਹਿੰਦੇ ਟਰੱਕ ਡਰਾਈਵਰਸ ਨੂੰ ਇਹਦਾ ਲਾਭ ਹੁਣ ਹੋਏਗਾ ਜੀ? ਕਿੰਨੀ ਗਿਣਤੀ ਆਈ ਹੈ ਟੋਟਲ ਜਿਹੜੀਆਂ ਫਾਈਲਸ ਜਿਨ੍ਹਾਂ ਨੂੰ ਫਾਇਦਾ ਪਹੁੰਚੇਗਾ ਦਾ? ਦੇਖੋ 1000 ਐਪਲੀਕੇਸ਼ਨ ਦੀ ਸਿਲੈਕਸ਼ਨ ਹੋਈ ਹੈ ਜਿਨ੍ਹਾਂ ਨੂੰ ਫਾਇਦਾ ਪਹੁੰਚੇਗਾ। ਇਹਦੇ 'ਚ ਜਿਹੜੇ ਟਾਰਗੇਟਡ ਡਰਾਜ਼ ਕੱਢੇ ਨੇ ਸਰਕਾਰ ਨੇ, ਉਹ ਟਰਾਂਸਪੋਰਟੇਸ਼ਨ ਇੰਡਸਟਰੀ ਨੂੰ ਲੈ ਕੇ ਟਾਰਗੇਟਡ ਡਰਾਜ਼ ਕੱਢੇ ਨੇ। ਸਰਕਾਰ ਨੇ ਪਹਿਲਾਂ ਵੀ ਅਨਾਉਂਸ ਕੀਤਾ ਸੀ ਵੀ ਅਸੀਂ 5 ਜਿਹੀਆਂ ਡਿਫਰੈਂਟ ਕੈਟਾਗਰੀਜ਼ ਨੇ ਜਾਂ ਕਲਾਸੀਫਾਈ ਕੀਤੀਆਂ ਸੀ ਜਿਹੜੀਆਂ ਆਕੂਪੇਸ਼ਨ ਅੰਡਰ ਪ੍ਰੈਸ਼ਰ ਸੀਗੀਆਂ। ਡਿਫਰੈਂਟ ਸੈਕਟਰਸ ਦੇ ਵਿੱਚ ਵੰਡੀਆਂ ਹੋਈਆਂ ਸੀ। ਉਹਦੇ 'ਚ ਟਰਾਂਸਪੋਰਟੇਸ਼ਨ ਸੈਕਟਰ ਵੀ ਇੱਕ ਆਉਂਦਾ ਸੀਗਾ, ਹੈਲਥ ਕੇਅਰ ਜਾਂ ਜਿਹੜੇ ਟ੍ਰੇਡਸ ਵਾਲੇ ਹੋਰ ਜਿਹੜੇ ਸੈਕਟਰਸ ਨੇ ਉਹਨੂੰ ਲੈ ਕੇ। ਸੋ ਇਸੇ ਤਰ੍ਹਾਂ ਉਹਨਾਂ ਨੇ ਹੁਣ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜਾ ਹੈਗਾ ਡਰਾ ਕੱਢਿਆ ਹੈਗਾ। ਉਹਦੇ ਸਿਰਫ ਇਕੱਲੇ ਟਰੱਕ ਡਰਾਈਵਰਸ ਨਹੀਂ, ਹੋਰ ਵੀ ਜਿਹੜੇ ਆਕੂਪੇਸ਼ਨਸ ਬਿਲੋਂਗ ਕਰਦੇ ਨੇ ਉਸ ਇੰਡਸਟਰੀ ਨੂੰ, ਜਿਵੇਂ ਪਾਇਲਟਸ ਹੋ ਗਏ, ਰੇਲਵੇ ਦੇ ਡਰਾਈਵਰਸ ਹੋ ਗਏ। ਸੋ ਇਹ ਜਿਹੇ ਕਈ ਆਕੂਪੇਸ਼ਨਸ ਨੇ ਉਹਦੇ ਵਿੱਚ ਜਿਨ੍ਹਾਂ ਨੂੰ ਸਿੱਧਾ ਫਾਇਦਾ ਹੋਇਆ। ਔਰ ਸਰਕਾਰ ਨੇ ਜਿਹੜਾ ਡਰਾ ਦਾ ਸਕੋਰ ਆ ਉਹ ਵੀ ਘੱਟ ਕੱਢਿਆ ਹੈਗਾ। ਖੈਰ ਇਹ ਜਿਹੜੀ ਐਕਸਪੈਕਟੇਸ਼ਨ ਸੀ, ਐਪਰੀਹੈਂਡ ਕੀਤਾ ਜਾ ਰਿਹਾ ਸੀ ਵੀ ਜਿਹੜਾ ਸਕੋਰ ਆ ਬਹੁਤ ਘੱਟ ਹੋਊਗਾ, ਬਿਕੋਜ਼ ਆਮ ਕਰਕੇ ਸੋਚਿਆ ਜਾਂਦਾ ਸੀ ਵੀ ਜਿਹੜੇ ਟਰੱਕ ਡਰਾਈਵਰ ਨੇ ਉਹ ਘੱਟ ਪੜ੍ਹੇ ਲਿਖੇ ਨੇ ਜਾਂ ਉਹ ਇਹਨਾਂ ਦੀ ਇੰਗਲਿਸ਼ ਦੀ ਲੈਂਗੁਏਜ ਜਿਹੜੀ ਪ੍ਰੋਫੀਸ਼ੀਐਂਸੀ ਉਨੀ ਹਾਈ ਨਹੀਂ ਹੁੰਦੀ। ਬਟ ਇਹ ਜਿਹੜਾ ਸੈਕਟਰ ਹੈ, ਟਰਾਂਸਪੋਰਟੇਸ਼ਨ ਸੈਕਟਰ ਹੈ, ਇੱਕ ਸਿਰਫ ਇਕੱਲੇ ਟਰੱਕ ਡਰਾਈਵਰਸ ਨਹੀਂ, ਇਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਵਿਅਕਤੀ ਨੇ ਕੁਆਲੀਫਾਈ ਕਰਦੇ ਨੇ ਇਸ ਸੈਕਟਰ ਦੇ ਵਿੱਚ, ਸੋ ਜਿਨ੍ਹਾਂ ਦੀ ਇੰਗਲਿਸ਼ ਤੇ ਲੈਂਗੁਏਜ ਜਿਹੜੀ ਉਹ ਹਾਈ ਹੁੰਦੀ ਹੈ। ਬਟ ਮੈਂ ਜ਼ਰੂਰ ਕਹਿਣਾ ਚਾਹੂੰਗਾ ਵੀ ਟਰੱਕ ਡਰਾਈਵਰਸ ਇਕੱਲੇ ਇੱਕ ਕੈਟਾਗਰੀ ਨਹੀਂ ਹੈ ਜਿਹਦੇ ਰਾਹੀਂ ਉਹ ਪਰਮਨੈਂਟ ਇਮੀਗ੍ਰੇਸ਼ਨ ਲੈਂਦੇ ਆ। ਉਹਨਾਂ ਕੋਲ ਹੋਰ 22-23 ਆਪਸ਼ਨਸ ਹੋਰ ਵੀ ਹੁੰਦੀਆਂ ਨੇ ਜਿਹਦੇ ਰਾਹੀਂ ਇਮੀਗ੍ਰੇਸ਼ਨ ਜਿਹੜੀ ਹੈ ਡਿਫਰੈਂਟ ਪ੍ਰੋਗਰਾਮਸ ਦੇ ਰਾਹੀਂ ਜਾ ਕੇ ਲਈ ਜਾ ਸਕਦੀ ਹੈ। ਟਰੱਕਿੰਗ ਦੇ ਵਿੱਚ ਇੰਨੀਆਂ ਹੋਰ ਆਪਸ਼ਨਸ ਨੇ? ਬਿਲਕੁਲ। ਟਰੱਕਿੰਗ ਤੋਂ ਇਲਾਵਾ ਟਰੱਕਿੰਗ ਇੰਡਸਟਰੀ ਦੇ ਵਿੱਚ ਹੀ ਇੰਨੀਆਂ ਆਪਸ਼ਨਸ ਨਿਕਲੀ ਆਉਂਦੀਆਂ ਨੇ। ਉਹ ਕਿਹੜੀਆਂ? ਜੇ ਮੋਸਟਲੀ ਇਹ ਜਿਹੜੀਆਂ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਨੇ, ਹਰੇਕ ਪ੍ਰੋਵਿੰਸ ਨੇ ਟਾਰਗੇਟ ਕੀਤੇ ਹੋਏ ਨੇ, ਜਿਹੜੇ ਖਾਸ ਕਰਕੇ ਟਰਾਂਸਪੋਰਟੇਸ਼ਨ ਇੰਡਸਟਰੀ ਹੈ ਇਹਨੂੰ ਪ੍ਰਾਇੋਰਟੀ 'ਤੇ ਰੱਖਿਆ ਹੋਇਆ। ਈਵਨ ਦੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਟਰੱਕ ਡਰਾਈਵਰਸ ਲਈ ਤਾਂ ਇਹ ਵੀ ਸਹੂਲਤ ਹੈਗੀ ਹੈ ਵੀ ਉਹ ਬਿਨਾਂ LMIA ਲਏ ਵੀ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਸੋ ਉਹਦੇ ਵਿੱਚ ਜਿਹੜੀਆਂ ਕਈ ਇੰਡੀਵਿਜੂਅਲ ਜਿਹੜੇ ਕੁਆਲੀਫਾਈ ਕਰਦੇ ਨੇ, ਉਹ ਖਾਸ ਕਰਕੇ ਜਿਨ੍ਹਾਂ ਦੀ ਇੰਗਲਿਸ਼ ਜਿਹੜੀ ਹੈ ਉਹ ਬੇਸਿਕ ਲੈਵਲ ਦੀ ਹੈ ਔਰ ਕੈਨੇਡੀਅਨ ਕੋਈ ਇੰਪਲੋਇਰ ਉਹਨਾਂ ਨੂੰ ਜੌਬ ਆਫਰ ਦੇ ਦਿੰਦਾ, ਉਹ ਵੀ ਕੈਨੇਡਾ ਦੇ ਵਿੱਚ ਦਾਖਲ ਜਿਹੜੀ ਹੈ ਹੋ ਸਕਦੇ ਨੇ ਬਿਨਾਂ LMIA ਲਏ। ਸੋ ਕਾਫੀ ਇਹੋ ਜਿਹੇ ਪ੍ਰੋਗਰਾਮਸ ਨੇ ਜਦੋਂ ਕੈਨੇਡਾ ਦੇ ਵਿੱਚੋਂ ਦਾਖਲ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹ ਇਮੀਗ੍ਰੇਸ਼ਨ ਲੈਣ ਲਈ ਕਾਫੀ ਆਪਸ਼ਨਸ ਉਹਨਾਂ ਨੂੰ ਖੁੱਲ੍ਹ ਜਾਂਦੀਆਂ ਨੇ। ਫੈਡਰਲ ਪ੍ਰੋਗਰਾਮ ਹੈ ਜਿਹਦੇ ਵਿੱਚ ਐਕਸਪ੍ਰੈਸ ਐਂਟਰੀ ਹੈ, ਜਿਹਦੀ ਗੱਲ ਕੀਤੀ ਜਾ ਰਹੀ ਹੈ ਵੀ ਟਾਰਗੇਟਡ ਡਰਾਜ਼ ਦੇ ਵਿੱਚ ਜਿਹੜਾ ਟਰੱਕ ਡਰਾਈਵਰਸ ਦਾ ਨਾਮ ਆਇਆ। ਔਰ ਖਾਸ ਕਰਕੇ ਹੁਣ ਪਿੱਛੇ ਵੀ ਇੱਕ ਬਹੁਤ ਵੱਡਾ ਇਸ਼ੂ ਚੱਲਿਆ ਸੀ ਵੀ ਮੈਲਟ ਨੂੰ ਰਿਕੋਗਨਾਈਜ਼ ਕੀਤਾ ਸੀਗਾ। ਇਹ ਕਿਹਾ ਜਾ ਰਿਹਾ ਸੀ ਵੀ ਉਹਨਾਂ ਦੇ ਜਿਹੜੇ ਐਕਸਟਰਾ ਪੁਆਇੰਟਸ ਨੇ ਤੁਸੀਂ ਕਲੇਮ ਕਰ ਸਕਦੇ ਹੋ, ਔਰ ਕਾਫੀ ਲੋਕਾਂ ਨੇ ਕੀਤੇ ਵੀ ਨੇ ਕਲੇਮ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਵੀ ਇਹ ਜਿਹੜੀ ਕਲੈਰਿਟੀ ਹੈ ਮੈਲਟ ਪ੍ਰੋਗਰਾਮ ਨੂੰ ਲੈ ਕੇ ਜਾਂ ਜਿਹੜੇ 50 ਐਡੀਸ਼ਨਲ ਪੁਆਇੰਟਸ ਲਏ ਗਏ ਆ ਉਹ ਕਿਸ ਤਰ੍ਹਾਂ ਆਉਂਦੀ ਹੈਗੀ ਆ, ਕਿਉਂਕਿ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੀ ਜਿਹੜੀ ਪ੍ਰੀ ਰਿਕੁਇਜ਼ਿਟਸ ਨੇ ਉਹ ਕੰਪਲੀਟਲੀ ਡਿਫਰੈਂਟ ਨੇ।
ਇਹ ਜਿਹੜਾ ਕਹਿਣਾ ਵੀ ਮੈਲਟ ਪ੍ਰੋਗਰਾਮ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੀ ਇਕੁਇਲੈਂਸੀ ਹੈ, ਇਹ ਇੱਕ ਡਿਬੇਟ ਦਾ ਇਸ਼ੂ ਹੈਗਾ ਔਰ ਜਿਹੜਾ ਕਿ ਹੋ ਸਕਦਾ ਹੈ ਵੀਜ਼ਾ ਆਫਿਸਰ ਇਹਨੂੰ ਕੰਟੈਸਟ ਕਰਨਾ ਚਾਹੇ ਕੋਰਟ ਦੇ ਵਿੱਚ। ਓਕੇ, ਅੱਛਾ, ਇਹ ਕੁਛ ਪ੍ਰੋਵਿੰਸਿਸ ਦੇ ਵਿੱਚ ਟਰੱਕਿੰਗ ਵਿੱਚ PR ਲੈਣੀ ਸੌਖੀ ਵੀ ਹੈ ਬਾਕੀਆਂ ਨਾਲੋਂ? ਬਿਲਕੁਲ ਜੀ। ਉਹ ਕਿਹੜੀਆਂ ਚ ਨੇ ਜਿਨ੍ਹਾਂ 'ਚ ਥੋੜਾ ਸੁਖਾਲਾ ਹੈ ਕੰਮ? ਯੂਜੂਅਲੀ ਜਿਹੜੀਆਂ ਅਟਲਾਂਟਿਕ ਪ੍ਰੋਵਿੰਸਿਸ ਨੇ ਉਹਨਾਂ 'ਚ ਕਾਫੀ ਈਜ਼ੀ ਹੈਗਾ, ਜਾਂ ਜਿਹੜੀਆਂ ਅਲਬਰਟਾ ਹੋ ਗਿਆ, ਸਸਕੈਚੁਅਨ ਹੋ ਗਿਆ, ਮੈਨੀਟੋਬਾ ਹੋ ਗਿਆ, ਯੂਕੌਨ ਹੋ ਗਿਆ, ਇਹਨਾਂ 'ਚ ਬਹੁਤ ਈਜ਼ੀ ਹੈ ਜੇ ਕਿਸੇ ਟਰੱਕ ਡਰਾਈਵਰ ਨੇ ਇਮੀਗ੍ਰੇਸ਼ਨ ਲੈਣੀ ਹੈ। ਕੁੱਲ ਮਿਲਾ ਕੇ BC, ਓਨਟਾਰੀਓ ਤੇ ਕਿਊਬੈਕ ਨੂੰ ਛੱਡ ਕੇ ਬਾਕੀਆਂ 'ਚ ਤਕਰੀਬਨ ਈਜ਼ੀ ਆ। ਬਿਲਕੁਲ ਜੇ ਕੱਢਦੀ ਹੈ ਜੀ, ਬਿਲਕੁਲ, ਕਿਉਂਕਿ ਇਹਨਾਂ 'ਚ ਦੇਖੋ ਪੋਪੂਲੇਸ਼ਨ ਵੀ ਹੈ ਔਰ ਪਲੱਸ ਕੰਪੈਟੀਟਿਵ ਪੂਲ ਸਿਸਟਮ ਹੈ ਜਿੱਥੇ ਤੁਹਾਨੂੰ ਐਪਲੀਕੇਸ਼ਨ ਪੂਲ 'ਚ ਪਾਉਣੀ ਪੈਂਦੀ ਹੈ, ਫਿਰ ਥੋੜਾ ਡਰਾ ਨਿਕਲਦਾ। ਵੇਅਰ ਐਜ਼ ਕਈ ਜਿਹੜੀਆਂ ਅਟਲਾਂਟਿਕ ਪ੍ਰੋਵਿੰਸਿਸ ਨੇ ਉੱਥੇ ਕੋਈ ਪੂਲ ਸਿਸਟਮ ਨਹੀਂ ਹੈ। ਤੁਸੀਂ ਆਪਣੀ ਇੱਕ ਸਰਟਨ ਜਿਹੜੀ, ਕਿਉਂਕਿ ਟਰੱਕ ਡਰਾਈਵਰ ਜਿਹੜੇ ਨੇ ਉਹ ਹਾਈ ਸਕਿੱਲ ਦੇ ਵਿੱਚ ਕੁਆਲੀਫਾਈ ਕਰਦੇ ਆ ਜੀ। ਸੋ ਜੇ ਉਹ ਹਾਈ ਸਕਿੱਲ ਦੇ ਵਿੱਚ ਕੁਆਲੀਫਾਈ ਕਰਦੇ ਆ ਤਾਂ ਉਹਨਾਂ ਨੂੰ ਵੇਟ ਕਰਨ ਦੀ ਵੀ ਜ਼ਰੂਰਤ ਨਹੀਂ, ਉਹ ਇਮੀਡੀਏਟਲੀ ਆਪਣੀ ਐਪਲੀਕੇਸ਼ਨ ਕੈਨੇਡਾ ਦੇ ਅੰਦਰ ਰਹਿ ਕੇ ਵੀ ਲਾ ਸਕਦੇ ਨੇ ਔਰ ਕੈਨੇਡਾ ਤੋਂ ਬਾਹਰ ਵੀ ਲਾ ਸਕਦੇ ਨੇ। ਜ਼ਰੂਰੀ ਨਹੀਂ ਹੈ ਵੀ ਉਹ ਕੈਨੇਡਾ ਦੇ ਵਿੱਚ ਹੋਣੇ ਚਾਹੀਦੇ ਨੇ ਜੇ ਉਹਨਾਂ ਨੇ ਆਪਣੀ ਇਮੀਗ੍ਰੇਸ਼ਨ ਐਪਲੀਕੇਸ਼ਨ ਦਾਇਰ ਕਰਨੀ ਹੈ। ਅੱਛਾ, ਬਾਹਰੋਂ ਵੀ ਲਾ ਸਕਦੇ ਨੇ ਜੀ, ਬਾਹਰੋਂ ਵੀ ਲੱਗ ਸਕਦੀ ਹੈ। ਓਕੇ ਜੀ। ਅੱਛਾ, ਹੋਰ ਕੋਈ ਕੰਡੀਸ਼ਨ ਜਿਹੜੀ ਮੋਟੀ ਇਹਦੇ ਵਿੱਚ ਧਿਆਨ ਦੇਣ ਵਾਲੀ? ਸੀ ਜਿਹੜੀਆਂ ਬੇਸਿਕ ਕੰਡੀਸ਼ਨਸ ਨੇ, ਗ੍ਰੇਡ 12 ਹਰੇਕ ਪ੍ਰੋਵਿੰਸ ਮੰਗਦੀ ਹੈ ਤੁਹਾਡੀ ਮਿਨੀਮਮ ਗ੍ਰੇਡ 12 ਹੋਵੇ। ਆਈਲੈਟਸ ਦੇ ਵਿੱਚ CLB ਜਿਹੜਾ ਹੈਗਾ 4 ਜਾਂ 5, ਕਈ ਪ੍ਰੋਵਿੰਸਿਸ ਦੇ ਵਿੱਚ 5 ਹੈ, ਕਈਆਂ 'ਚ ਬਹੁਤ ਬੇਸਿਕ ਹੈ। ਔਰ ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਆਉਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਨਾਲ ਲਿਆ ਸਕਦੇ ਹੋ। ਉਹਦੇ ਵਿੱਚ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ। ਬੱਚੇ ਨੂੰ ਤੁਸੀਂ ਨਾਲ ਲੈ ਕੇ ਆਉਣਾ ਚਾਹੁੰਦੇ ਹੋ ਉਹ ਨਾਲ ਆ ਸਕਦੇ ਨੇ, ਸਟੱਡੀ ਪਰਮਿਟ ਲੈ ਸਕਦੇ ਨੇ ਔਰ ਫ੍ਰੀ ਆਪਣੀ ਜਿਹੜੀ ਪੜ੍ਹਾਈ ਉਹ ਪੜ੍ਹ ਸਕਦੇ ਨੇ। ਠੀਕ ਹੈ ਜੀ, ਬਿਲਕੁਲ, ਬਹੁਤ ਵਧੀਆ ਜੀ। ਅੱਛਾ ਖਹਿਰਾ ਸਾਹਿਬ, ਇੱਕ ਨਾ ਮੈਲਟ ਪ੍ਰੋਗਰਾਮ ਨੂੰ ਲੈ ਕੇ ਦਚਿੱਤੀਆਂ ਜੀਆਂ ਬਣਦੀਆਂ ਸੀ, ਇਹਦੇ ਬਾਰੇ ਥੋੜ੍ਹਾ ਜਿਹਾ ਐਕਸਪਲੇਨ ਪਹਿਲਾਂ ਕਰੋ ਵੀ ਇਹ ਪ੍ਰੋਗਰਾਮ ਹੈ ਕੀ ਆ, ਕਿਉਂਕਿ ਆਪੋ ਆਪਣੇ ਤਰੀਕੇ ਨਾਲ ਸਮਝਾਇਆ ਜਾ ਰਿਹਾ। ਸੀ ਮੈਲਟ ਜਿਹੜਾ ਪ੍ਰੋਗਰਾਮ ਸੀਗਾ ਮੈਂਡੇਟਰੀ ਐਂਟਰੀ ਲੈਵਲ ਟੈਸਟਿੰਗ ਟ੍ਰੇਨਿੰਗ ਸਿਸਟਮ ਹੈ, ਜਿਹਦੇ ਵਿੱਚ ਆਮ ਕਰਕੇ ਜਦੋਂ ਟਰੱਕ ਡਰਾਈਵਰਸ ਪਹਿਲਾਂ ਲਾਇਸੈਂਸ ਲੈਂਦੇ ਸੀਗੇ ਆਪਣੀ ਪ੍ਰੋਵਿੰਸਿਸ ਦੇ ਵਿੱਚ ਉਹ ਲਾਇਸੈਂਸ ਲਿਆ ਜਾਂਦਾ ਸੀਗਾ ਜਿਵੇਂ ਉਹਨਾਂ ਦਾ ਟ੍ਰੇਨਿੰਗ ਪੈਟਰਨ ਬਣਿਆ ਹੁੰਦਾ ਸੀਗਾ ਔਰ ਮੋਸਟਲੀ ਸਟੈਂਡਰਡ ਇੱਕ ਰੱਖਿਆ ਹੁੰਦਾ ਸੀ ਵੀ ਜਿਹੜੀ 에ਅਰ ਬ੍ਰੇਕ ਇੰਡੋਰਸਮੈਂਟ ਤੁਸੀਂ ਐਜੂਕੇਸ਼ਨ ਲੈਣੀ ਹੈ, ਉਸ ਤੋਂ ਬਾਅਦ ਤੁਸੀਂ ਫਾਰਮਲ ਜਿਹੜੀ ਟੈਸਟ 'ਚ ਪੇਅਰ ਹੋਣਾ, ਉਹ ਟੈਸਟ ਕਲੀਅਰ ਕਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਹੈਗਾ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਟ੍ਰੇਨਿੰਗ ਵੀ ਇਨਫੈਕਟ ਕੋਈ ਜ਼ਰੂਰੀ ਕੰਪੋਨੈਂਟ ਨਹੀਂ ਹੁੰਦਾ ਸੀ ਇਹਦੇ ਵਿੱਚ, ਤੁਸੀਂ ਕਲਾਸਿਸ ਲੈਣ ਤੋਂ ਬਾਅਦ ਜਾਂ ਬਿਨਾਂ ਕਲਾਸਿਸ ਲਏ ਵੀ ਜਾ ਕੇ ਸਿੱਧਾ ਅਪੀਅਰ ਹੋ ਸਕਦੇ ਸੀ ਔਰ ਤੁਸੀਂ ਟਰੱਕ ਡਰਾਈਵਰ ਦਾ ਲਾਇਸੈਂਸ ਲੈ ਸਕਦੇ ਸੀ। ਨਾ ਹੋਇਆ ਕਿ ਜਦੋਂ ਇੱਕ ਬਹੁਤ ਪਿੱਛੇ ਇੱਕ ਹਾਦਸਾ ਹੋਇਆ ਸੀਗਾ ਸਸਕੈਚੁਅਨ ਦੇ ਵਿੱਚ ਜਿਹਦੇ ਵਿੱਚ ਕਾਫੀ ਪਲੇਅਰਸ ਹਾਂਜੀ, ਉਸ ਇਨਸੀਡੈਂਟ ਤੋਂ ਬਾਅਦ ਇੱਕ ਸਟੈਂਡਰਡ ਪ੍ਰੋਗਰਾਮ ਬਣਾਇਆ ਗਿਆ, ਡਿਵੈਲਪ ਕੀਤਾ ਗਿਆ। ਉਹਦੇ 'ਚ ਕਾਰਨ ਇਹੀ ਸੀ, ਮੈਂ ਕਿਹਾ ਜੇ ਕਿਸੇ ਨੂੰ ਨਾ ਪਤਾ ਹੋਏ ਕਿ ਉਹ ਜਿਹੜੇ ਡਰਾਈਵਰ ਸੀਗੇ ਉਹ ਸਰਟਨ ਸਮੇਂ ਲਈ ਟ੍ਰੇਨਿੰਗ ਉਹਨਾਂ ਨਹੀਂ ਸੀ ਲਈ। ਐਗਜ਼ੈਕਟਲੀ, ਵੀ ਉਹ ਇੱਕ ਸਮਾਂ ਹੁੰਦਾ ਕਿ ਪਹਿਲਾਂ ਤੁਸੀਂ ਟੀਮ 'ਚ ਇਕੱਠਿਆਂ ਟ੍ਰੇਨਿੰਗ ਦੇ ਸੁਪਰਵਿਜ਼ਨ ਦੇ ਅੰਡਰ ਇੱਕ ਟਰੱਕ ਚਲਾਉਣਾ, ਉਸ ਤੋਂ ਬਾਅਦ ਤੁਸੀਂ ਇਕੱਲਿਆਂ ਚਲਾਉਣਾ ਤੇ ਉਹ ਡਰਾਈਵਰ ਨੇ ਕੰਡੀਸ਼ਨਸ ਨਹੀਂ ਸੀ ਪੂਰੀਆਂ ਕਰਦਾ ਤੇ ਸਟਾਪ ਸਾਈਨ ਮਿਸ ਕਰਨ ਤੋਂ ਬਾਅਦ ਇੱਕ ਪਲੇਅਰਸ ਨਾਲ ਭਰੀ ਬੱਸ ਦੇ ਵਿੱਚ ਹਿੱਟ ਵੱਜਿਆ ਜਿਹਦੇ ਨਾਲ ਵਿੱਚ ਉਹ ਪਲੇਅਰਸ ਮਰ ਗਏ ਸੀਗੇ। ਆਈ ਥਿੰਕ ਜਿਸ ਤੋਂ ਬਾਅਦ ਚੇਂਜਸ ਆਏ ਜੀ। ਸੋ ਜਿਹੜੇ ਟ੍ਰੇਨਿੰਗ ਕੰਪੋਨੈਂਟ ਸੀ ਉਹਦੇ ਵਿੱਚ ਉਹ ਮੈਂਡੇਟਰੀ ਨਹੀਂ ਹੁੰਦਾ ਸੀ ਪਹਿਲਾਂ, ਓਕੇ, ਤੇ ਉਹਨੂੰ ਸਟੈਂਡਰਡਾਈਜ਼ ਕੀਤਾ ਹੀ। ਸੋ ਸਰਕਾਰ ਨੇ ਮੈਂਡੇਟਰੀ ਐਂਟਰੀ ਲੈਵਲ ਟ੍ਰੇਨਿੰਗ ਇੱਕ ਪ੍ਰੋਗਰਾਮ ਚਲਾਇਆ ਜਿੱਥੇ ਕਿ ਹਰੇਕ ਪ੍ਰੋਵਿੰਸ ਦੇ ਵਿੱਚ ਜਦੋਂ ਵੀ ਤੁਸੀਂ ਲਾਇਸੈਂਸ ਲੈਣਾ ਹੈਗਾ, ਮੋਸਟਲੀ ਉਹ ਸਾਰੀ ਪ੍ਰੋਵਿੰਸਿਸ ਤੇ ਲਾਗੂ ਹੈ, ਜਿੱਥੇ ਉਹਨਾਂ ਨੂੰ ਮੈਲਟ ਦੀ ਟ੍ਰੇਨਿੰਗ ਜਿਹੜੀ ਹੈ ਉਹ ਮੈਂਡੇਟਰੀ ਕੰਪਲੀਟ ਕਰਨੀ ਪੈਂਦੀ ਹੈ, ਫੇਰ ਹੀ ਜਿਹੜਾ ਹੈਗਾ ਤੁਸੀਂ ਫਾਰਮਲੀ ਲਾਇਸੈਂਸ ਲੈ ਸਕਦੇ ਹੋ, ਟਰੱਕ ਚਲਾ ਸਕਦੇ ਹੋ। ਨਾ ਉਹ ਜਿਹੜੀ ਇਕੁਇਲੈਂਸੀ ਦਾ ਇਸ਼ੂ ਹੈਗਾ ਵੀ ਮੈਲਟ ਕੀ ਇਕੁਇਲੈਂਟ ਹੈ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੇ। ਨਾ ਜਿਹੜਾ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਹੈ ਅਗੇਨ ਉਹ ਪ੍ਰੋਵਿੰਸ਼ੀਅਲ ਅਥਾਰਟੀਜ਼ ਇਸ਼ੂ ਕਰਦੀਆਂ ਨੇ, ਹਰੇਕ ਪ੍ਰੋਵਿੰਸ ਫੈਡਰਲ ਵੀ ਕਰਦੀਆਂ ਨੇ, ਕਈ ਜਿਹੜੀਆਂ ਸਰਟਨ ਆਕੂਪੇਸ਼ਨਸ ਨੇ, ਪਰ ਆਮ ਕਰਕੇ ਉਹ ਪ੍ਰੋਵਿੰਸ਼ੀਅਲ ਅਥਾਰਟੀਜ਼ ਹੀ ਇਸ਼ੂ ਕਰਦੀਆਂ ਨੇ। ਹਰੇਕ ਪ੍ਰੋਵਿੰਸ ਦੀ ਆਪਣਾ ਬੋਰਡ ਬਣਿਆ ਹੋਇਆ ਔਰ ਆਕੂਪੇਸ਼ਨ ਦੇ ਹਿਸਾਬ ਨਾਲ ਹਰੇਕ ਪ੍ਰੋਵਿੰਸ ਨੇ ਇੱਕ ਬੈਂਚਮਾਰਕ ਰੱਖੇ ਹੋਏ ਨੇ ਵੀ ਤੁਹਾਨੂੰ ਕਿੰਨੇ ਆਵਰਸ ਦੀ ਟ੍ਰੇਨਿੰਗ ਚਾਹੀਦੀ ਹੈ, ਫਾਰਮਲ ਕਿੰਨੇ ਸੁਪਰਵਿਜ਼ਨ ਦੇ ਅੰਦਰ ਤੁਸੀਂ ਕੰਮ ਕਰਨਾ ਹੈ, ਤੁਹਾਡੀ ਜਿਹੜੀ ਸਕਿੱਲ ਹੈ ਜਾਂ ਲੈਂਗੁਏਜ ਟੈਸਟਿੰਗ ਹੈ ਉਹਦੇ 'ਚ ਕੀ ਹੋਣਾ ਚਾਹੀਦਾ। ਸੋ ਉਹ ਤੋਂ ਬਾਅਦ ਤੁਸੀਂ ਫਾਰਮਲ ਇੱਕ ਟੈਸਟ 'ਚ ਪੇਅਰ ਹੁੰਦੇ ਹੋ, ਫਿਰ ਉਹ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਜਰਨੀਮੈਨ ਜਾਂ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਜਾਂ ਰੈੱਡ ਸੀਲ ਜੇ ਟ੍ਰੇਡਸ ਦੀ ਆਪਾਂ ਗੱਲ ਕਰੀਏ ਉਹ ਦਿੱਤਾ ਜਾਂਦਾ। ਨਾਓ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਇਹੋ ਜਿਹਾ ਹਾਲੇ ਕੋਈ ਫਾਰਮਲ ਪ੍ਰੋਸੈਸ ਨਹੀਂ ਹੈ। ਸੋ ਇਸ ਕਰਕੇ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਹੀ ਇਨਫੈਕਟ 2 ਹਫ਼ਤੇ ਪਹਿਲਾਂ ਹੀ ਇੱਕ ਲਿਸਟ ਵੀ ਜਨਰੇਟ ਕੀਤੀ ਸੀ ਵੀ ਜਿਹੜੇ ਸਕਿੱਲ ਟ੍ਰੇਡਸ ਨੇ ਉਹ ਕਿਹੜੇ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਅਸੀਂ ਰਿਕੋਗਨਾਈਜ਼ ਕਰਦੇ ਹਾਂ। ਉਹਦੇ ਵਿੱਚ ਟਰੱਕ ਡਰਾਈਵਰਸ ਨੂੰ ਕਿਹਾ ਗਿਆ ਸੀ
ਪਰ ਇਹ ਨਹੀਂ ਡਿਫਾਈਨ ਕੀਤਾ ਵੀ ਉਹਦਾ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਜਿਹੜਾ ਹੈਗਾ ਕਿ ਇਕੁਇਵਲੈਂਟ ਟੂ ਮੈਲਟ ਹੈਗਾ ਕਿ ਨਹੀਂ ਹੈਗਾ। ਇਹ ਜਿਹੜੇ ਰੂਲ ਦੇ ਹਿਸਾਬ ਨਾਲ ਦੇਖੀ ਆਪਾਂ ਅੱਜ ਉਹ ਨਹੀਂ ਹੈ, ਹਜੇ ਕੋਈ ਵੀ ਰਿਕੋਗਨੀਸ਼ਨ ਨਹੀਂ ਹੈ ਵੀ ਤੁਸੀਂ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਇਜ਼ ਇਕੁਇਵਲੈਂਟ ਟੂ ਮੈਲਟ। ਪੁਆਇੰਟਸ ਤੁਸੀਂ ਕਲੇਮ ਕਰ ਸਕਦੇ ਹੋ, ਕੋਈ ਉਹ 'ਚ ਇਤਰਾਜ਼ ਨਹੀਂ ਹੈਗਾ। ਜਦੋਂ ਵੀ ਤੁਸੀਂ ਪੁਆਇੰਟਸ ਕਲੇਮ ਕਰਦੇ ਹੋ ਤਾਂ ਤੁਹਾਡੇ ਪੁਆਇੰਟਸ ਮੰਨ ਲਏ ਜਾਂਦੇ ਨੇ ਅੱਜ ਦੀ ਡੇਟ ਦੇ ਵਿੱਚ। ਉਸ ਤੋਂ ਬਾਅਦ ਜਦੋਂ ਤੁਹਾਨੂੰ ਇਨਵੀਟੇਸ਼ਨ ਆਉਣ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਨੂੰ ਦਾਇਰ ਕਰਨਾ। ਐਪਲੀਕੇਸ਼ਨ ਜਦੋਂ ਦਾਇਰ ਕਰਨਾ ਤਾਂ ਤੁਸੀਂ ਜਸਟੀਫਾਈ ਕਰਨਾ ਵੀ ਮੈਲਟ ਜਿਹੜਾ ਮੇਰਾ ਇਹ 50 ਪੁਆਇੰਟਸ ਮੈਂ ਇਹਦੇ ਅਟੇਨ ਕੀਤੇ ਹੋਏ ਨੇ, ਤਾਂ ਮੈਨੂੰ ਜਿਹੜਾ ਇਹਨੂੰ ਇਕੁਇਵਲੈਂਟ ਸਮਝਿਆ ਜਾਵੇ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੇ। ਨਾ ਇੱਥੇ ਡਿਸਪਿਊਟ ਅਰਾਈਜ਼ ਹੋਊਗਾ। ਨਾ ਇੱਥੇ ਜਿਹੜਾ ਡਿਸਪਿਊਟ ਅਰਾਈਜ਼ ਹੋਊਗਾ ਵੀ ਵੀਜ਼ਾ ਆਫਿਸਰ ਇਹਨੂੰ ਚੈਲੰਜ ਕਰ ਸਕਦਾ ਇਸ ਪਾਰਟਿਕੂਲਰ ਇਸ਼ੂ ਨੂੰ ਵੀ ਤੁਸੀਂ ਮੈਲਟ ਨੂੰ ਰਿਕੋਗਨਾਈਜ਼ ਨਹੀਂ ਕਰ ਸਕਦੇ, ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਯੈਸ ਜਦੋਂ ਇਹ ਨੰਬਰਸ ਵਧਣਗੇ ਤਾਂ ਗਵਰਨਮੈਂਟ ਕੋਈ ਨਾ ਕੋਈ ਇਹੋ ਜਿਹਾ ਫਾਰਮਲ ਲੈ ਕੇ ਆਊਗੀ, ਜਾਂ ਗਵਰਨਮੈਂਟ ਉਹਨੂੰ ਰਿਕੋਗਨਾਈਜ਼ ਕਰੂਗੀ ਜਾਂ ਹੋ ਸਕਦਾ ਗਵਰਨਮੈਂਟ ਉਹਨੂੰ ਆਊਟਰਾਈਟ ਮਨਾ ਕਰ ਦੇ ਵੀ ਅਸੀਂ ਇਹਨੂੰ ਰਿਕੋਗਨਾਈਜ਼ ਨਹੀਂ ਕਰਦੇ, ਔਰ ਜਿਹੜੇ ਪੁਆਇੰਟਸ ਨੇ ਥੋੜੇ ਵਿਡਰਾ ਹੋ ਜਾਣਗੇ। ਜਿਹੜੇ ਤੁਸੀਂ 50 ਪੁਆਇੰਟਸ ਕਲੇਮ ਕੀਤੇ ਨੇ ਸਰਕਾਰ ਨੇ ਵਾਪਸ ਲੈ ਲੈਣੇ। ਨਾ ਇਸ ਕੇਸ ਦੇ ਵਿੱਚ ਜਿਹੜੀ ਮਿਸ ਰਿਪਰੈਜ਼ੈਂਟੇਸ਼ਨ ਹੈ ਉਹ ਵੀ ਪੋਸੀਬਲ ਹੋ ਸਕਦੀ ਹੈ, ਇੱਕ ਕੌਨਸੀਕੁਐਂਸ ਹੋਵੇ। ਬਟ ਉਹਦੀ ਦਿੱਕਤ ਇਹ ਹੈਗੀ ਆ ਬਿਕੋਜ਼ ਜੇ ਹੁਣ ਜਦੋਂ ਫਾਰਮਲ ਐਪਲੀਕੇਸ਼ਨ ਦਾਇਰ ਕਰਨੀ ਹੈ ਉਸ ਐਪਲੀਕੇਸ਼ਨ ਦੇ ਵਿੱਚ ਜੇ ਤੁਸੀਂ ਸਬਮਿਸ਼ਨ ਨਾਲ ਅਟੈਚ ਕਰ ਸਕਦੇ ਹੋ ਵੀ ਦਿਸ ਇਜ਼ ਵਾਟ ਯੂ ਵਾਂਟ। ਇਸੇ ਕਰਕੇ ਅਸੀਂ ਬਹੁਤ ਐਕਸਟੈਂਸਿਵ ਡਰਾਫਟ ਕੀਤਾ ਹੁਣ ਜਿਹੜੇ ਟਰੱਕ ਡਰਾਈਵਰਸ ਵੀਰਾਂ ਨੂੰ ਆਏ ਹੋਏ ਨੇ ਲੈਟਰ ਆਫ ਇਨਵੀਟੇਸ਼ਨਸ। ਵੀ ਆਰ ਆਲਸੋ ਡਿਮਾਂਡਿੰਗ ਵੀ ਜਿਹੜੇ 50 ਪੁਆਇੰਟਸ ਨੇ ਉਹ ਦਿੱਤੇ ਜਾਣ ਬਿਕੋਜ਼ ਆਫ ਦਿਸ ਟ੍ਰੇਨਿੰਗ ਸਰਟੀਫਿਕੇਟ। ਨਾਓ ਜੇ ਉਹਨੂੰ ਰਿਕੋਗਨਾਈਜ਼ ਨਹੀਂ ਕਰਦੇ ਅਲਟਰਨੇਟਿਵਲੀ ਫਿਰ ਉਹਨਾਂ ਤੇ ਮਿਸ ਰਿਪਰੈਜ਼ੈਂਟੇਸ਼ਨ ਨਾ ਲੱਗੇ, ਬਿਕੋਜ਼ ਮਿਸ ਰਿਪਰੈਜ਼ੈਂਟੇਸ਼ਨ ਉਹ ਕਿਸੇ ਐਰਰ ਇੰਡਿਊਸ ਕਰਨ ਲਈ ਨਹੀਂ ਕੀਤਾ ਸੀ, ਜਾਂ ਉਹਨਾਂ ਨੇ ਕਿਸੇ ਨੂੰ ਜਿਹੜੀ ਉਹਨਾਂ ਦੀ ਇੰਟੈਂਸ਼ਨ ਸੀਗੀ ਉਹੀ ਜੀ ਨਹੀਂ ਸੀਗੀ ਵੀ ਉਹ ਐਰਰ ਇੰਡਿਊਸ ਕਰਨ ਵੀਜ਼ਾ ਆਫਿਸਰ ਦੇ ਡਿਸੀਜਨ ਦੇ ਵਿੱਚ, ਸੋ ਤਾਂ ਕਿ ਉਹਨਾਂ ਤੇ ਮਿਸ ਰਿਪਰੈਜ਼ੈਂਟੇਸ਼ਨ ਨਾ ਲੱਗੇ। ਸੋ ਇਸ ਕਰਕੇ ਜਿਹੜੀ ਸਾਡੇ ਵੱਲੋਂ ਸਬਮਿਸ਼ਨਸ ਨੇ ਉਹ ਅਸੀਂ ਸਪੈਸ਼ਲ ਸਬਮਿਸ਼ਨਸ ਲਾ ਰਹੇ ਹਾਂ ਜਿਹੜੇ ਆਪਣੇ ਕੇਸਿਸ ਨੇ ਟਰੱਕ ਡਰਾਈਵਰਸ ਦੇ। ਜੇ ਕਿਸੇ ਨੂੰ ਕਿਸੇ ਕਿਸਮ ਦੀ ਮਦਦ ਵੀ ਚਾਹੀਦੀ ਹੈ ਤਾਂ ਵੀ ਕੈਨ ਡੈਫੀਨਿਟਲੀ ਹੈਲਪ ਦੈਮ। ਕੋਈ ਟਰੱਕ ਡਰਾਈਵਰ ਨੇ ਜਿਨ੍ਹਾਂ ਨੂੰ ਇਨਵੀਟੇਸ਼ਨ ਆਇਆ ਹੋਇਆ ਔਰ ਉਹਨਾਂ ਨੇ ਮੈਲਟ ਦੇ ਆਪਣੇ ਜਿਹੜੇ ਪੁਆਇੰਟ ਸੀਗੇ ਉਹ ਕਲੇਮ ਕੀਤੇ ਹੋਏ ਆ, ਤਾਂ ਅਸੀਂ ਉਹਨਾਂ ਨੂੰ ਬਹੁਤ ਚੰਗੀ ਸਬਮਿਸ਼ਨ ਦੇ ਕੇ ਕੋਸ਼ਿਸ਼ ਕਰ ਸਕਦੇ ਵੀ ਉਹਨਾਂ ਦੇ ਜਿਹੜੇ ਪੁਆਇੰਟਸ ਨੇ ਉਹ ਐਡ ਹੋ ਜਾਣ। ਖੈਰ ਸਾਹਿਬ ਤੁਹਾਡਾ ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਇਸ ਪ੍ਰੋਗਰਾਮ 'ਚ ਸਾਡੇ ਵੱਲੋਂ ਇੰਨਾ ਹੀ ਜੀ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।